ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਕੁਝ ਦਿਨਾਂ ਤੋਂ ਡਿਫਰੈਂਸ਼ੀਅਲ ਇਕੁਏਸ਼ਨ ਬੁੱਕ ਸ਼ੁਰੂ ਕੀਤੀ ਹੋਈ ਹੈ। ਉਹਦਾ ਲਾਸਟ ਦੇ ਵਿੱਚ ਆਪਾਂ ਟੌਪਿਕ ਪੜ੍ਹਿਆ ਸੀ ਪਿਛਲੇ ਲੈਕਚਰਾਂ ਦੇ ਵਿੱਚ, ਆਰਡਰ ਐਂਡ ਡਿਗਰੀ ਆਫ ਡਿਫਰੈਂਸ਼ੀਅਲ ਇਕੁਏਸ਼ਨ। ਹੁਣ ਨੈਕਸਟ ਟੌਪਿਕ ਸ਼ੁਰੂ ਕਰਨਾ ਆਪਾਂ ਨੇ। ਉਹਦੇ ਵਿੱਚ ਹੈ ਕੀ ਹੈ, ਪਹਿਲਾਂ ਮੈਂ ਸਟੇਟਮੈਂਟ ਪੜ੍ਹ ਰਿਹਾ। ਸਟੇਟਮੈਂਟ ਤੁਸੀਂ ਦੇਖ ਲਓ ਜੀ, ਸਟੇਟਮੈਂਟ ਕੀ ਹੈ, ਫਿਰ ਦੇਖ ਦਿਆਂਗੇ ਸਟੇਟਮੈਂਟ ਦਾ ਮੀਨਿੰਗ ਕੀ ਹੈ। ਇਹ ਹੈਗਾ ਜੀ, verify that y equals to a cos x minus b sin x is a solution of differential equation d2y upon dx square plus y equals to 0। ਤਾਂ ਕੀ ਸ਼ੋ ਕਰਨਾ ਆਪਾਂ ਇਹਦੇ ਵਿੱਚ, y equals to a cos x minus b sin x is ਇਹ ਸ਼ੋ ਕਰਨਾ ਕਿ ਇਸ ਸੋਲੂਸ਼ਨ ਆਫ d2y upon dx square plus y equal to 0। ਧਿਆਨ ਰੱਖੋ, ਜਿਹੜਾ ਆਪਾਂ ਕੰਮ ਕਰ ਰਹੇ ਹਾਂ, ਜਿਹੜਾ ਫਸਟ ਚੈਪਟਰ ਆਪਾਂ ਸ਼ੁਰੂ ਕੀਤਾ ਹੋਇਆ ਹੈਗਾ, ਇਹ ਫਸਟ ਚੈਪਟਰ ਤੇ ਚੈਪਟਰ ਨੰਬਰ ਫਸਟ ਚੈਪਟਰ ਸਾਰਾ ਤੇ ਸੈਕਿੰਡ ਚੈਪਟਰ, ਇਹ ਸਾਰਾ +2 ਵਾਲਾ ਕੰਮ ਹੈ ਜੀ। ਪਰ ਇਹ ਸਾਰਾ ਦੁਬਾਰਾ ਕਰਵਾਇਆ, ਜਿਸ ਨੂੰ ਆਉਂਦਾ ਬਹੁਤ ਚੰਗੀ ਗੱਲ ਹੈਗੀ ਆ। ਜੇ ਨਹੀਂ ਆਉਂਦਾ ਹੈਗਾ, ਹੁਣ ਬਹੁਤ ਧਿਆਨ ਨਾਲ ਪੜਾਂਗੇ ਤੇ ਦੇਖੋਗੇ ਕਿ ਕੁਝ ਗੱਲਾਂ ਅਜਿਹੀਆਂ ਨੇ ਆਪਾਂ ਅੱਜ ਕਰਾਂਗੇ, ਤੁਸੀਂ ਪਹਿਲਾਂ ਪੜ੍ਹੀਆਂ ਨਹੀਂ ਹੋਣੀਆਂ ਪ੍ਰੋਪਰ, ਉਹ ਆਪਾਂ ਅੱਜ ਕਨਸੈਪਟ ਕਰਾਂਗੇ ਜੀ। ਤਾਂ ਤੁਹਾਨੂੰ ਕਾਫੀ ਕੁਝ ਇਹ ਚੋਂ ਕਲੀਅਰ ਹੋਊਗਾ, ਚਾਹੇ ਤੁਸੀਂ ਪਹਿਲਾਂ ਪੜ੍ਹਿਆ ਵੀ ਹੋਇਆ ਹੈਗਾ, ਤੁਹਾਨੂੰ ਇਹਦੇ ਵਿੱਚੋਂ ਕਾਫੀ ਗੱਲਾਂ ਕਲੀਅਰ ਹੋਈਆਂ ਹੋਣਗੀਆਂ। ਜੇ ਪਿਛਲੇ ਕਨਸੈਪਟ 'ਚ ਆਪਾਂ ਕੀਤਾ ਨਾਨ ਲੀਨੀਅਰ ਕਿਹੜਾ ਹੁੰਦਾ ਹੈਗਾ, ਇਹ ਸ਼ਾਇਦ ਨੂੰ ਤੁਸੀਂ ਨਾ ਪੜ੍ਹਿਆ ਹੋਵੇ +2 ਵਿੱਚ। +2 ਵਿੱਚ ਹੈ ਸੀ, ਪਰ ਤੁਸੀਂ ਪ੍ਰੋਪਰ ਨਹੀਂ ਪੜ੍ਹਿਆ ਹੋਣਾ ਹੈਗਾ। ਇੱਦਾਂ ਕਾਫੀ ਗੱਲਾਂ ਆਉਣਗੀਆਂ, ਇਹ ਤੁਹਾਡੀ ਮਿਹਨਤ ਹੈਗੀ ਆ ਕਿ ਹੁਣ ਤੁਸੀਂ ਕਿਵੇਂ ਉਹ ਗੱਲਾਂ ਯਾਦ ਰੱਖਣੀਆਂ ਨੇ। ਇਸ ਸੋਲੂਸ਼ਨ ਸ਼ੋ ਕਰਨਾ ਆਪਾਂ ਕਿ ਇਹ ਇਹਦਾ ਸੋਲੂਸ਼ਨ ਆ। ਸੋਲੂਸ਼ਨ ਦਾ ਮੀਨਿੰਗ ਕੀ ਹੁੰਦਾ, ਜਿਵੇਂ ਆਪਾਂ ਨੇ ਆ ਇਕੁਏਸ਼ਨ ਆ x² + 5x + 4 = 0, ਇਹਨੂੰ ਸੋਲਵ ਕੀਤਾ ਜੀ। ਇਹ ਕੁਆਡਰੈਟਿਕ ਇਕੁਏਸ਼ਨ ਹੈ ਜੀ। ਇਹਨੂੰ ਸੋਲਵ ਕੀਤਾ, ਆਨਸਰ ਆ ਗਏ। ਇਹ ਆਨਸਰਾਂ ਨੂੰ ਕੀ ਕਹਿੰਦੇ ਹੁੰਦੇ ਆ ਆਪਾਂ, ਇਹ ਆਨਸਰਾਂ ਨੂੰ ਕਹਿੰਦੇ ਆ ਕਿ ਇਹ ਸੋਲੂਸ਼ਨਸ ਨੇ। ਸੋਲੂਸ਼ਨਸ ਕਿਹਨੂੰ ਕਹਿੰਦੇ ਆਪਾਂ, ਆਨਸਰ। ਇੱਕ ਚੀਜ਼ ਹੋਰ ਆ, ਸੋਲੂਸ਼ਨ ਆਪਾਂ ਉਹਨਾਂ ਨੂੰ ਕਹਿੰਦੇ ਹੁੰਦੇ ਆ ਜਿਹੜਾ ਸਟੇਟਮੈਂਟ ਨੂੰ ਸੈਟੀਸਫਾਈ ਕਰੇ। ਮਤਲਬ ਜੇ ਤੁਹਾਨੂੰ ਪੁੱਛਿਆ ਜਾਵੇ ਕਿ x = 1 ਇਹਦਾ ਸੋਲੂਸ਼ਨ ਹੈ ਕਿ ਨਹੀਂ ਹੈ, ਇਹਦਾ ਆਨਸਰ ਹੈ ਕਿ ਨਹੀਂ ਹੈ, ਤਾਂ ਇੱਕ ਤਰੀਕਾ ਇਹ ਵੀ ਆ ਕਿ ਤੁਸੀਂ ਇਹ ਵੈਲਿਊ ਚੱਕ ਕੇ ਇਹਦੇ ਵਿੱਚ ਭਰ ਦੇਵੋ। ਜੇ ਇਹ ਇਸ ਨੂੰ ਸੈਟੀਸਫਾਈ ਕਰ ਜਾਵੇ ਤਾਂ ਆਪਾਂ ਕਹਾਂਗੇ ਇਹ ਇਹਦਾ ਆਨਸਰ ਆ। ਜੇ ਸੈਟੀਸਫਾਈ ਨਾ ਕਰੇ ਤਾਂ ਆਨਸਰ ਨਹੀਂ ਹੈਗਾ। ਸੈਟੀਸਫਾਈ ਕਰਨ ਦਾ ਮਤਲਬ ਕੀ ਕਹਿ ਰਹੇ ਹਾਂ, ਸੈਟੀਸਫਾਈ ਦਾ ਮਤਲਬ ਹੁੰਦਾ ਕਿ ਜੋ ਵੈਲਿਊ ਇਹ ਚੱਕ ਕੇ ਆਪਾਂ ਇਹ 'ਚ ਭਰਾਂਗੇ ਦੋਨੇ ਬਰਾਬਰ ਆ ਗਈਆਂ ਤਾਂ ਸੋਲੂਸ਼ਨ ਆ, ਉਹਨੂੰ ਸੈਟੀਸਫਾਈ ਕਹਿੰਦੇ ਆ। ਜੇ ਬਰਾਬਰ ਨਾ ਆਈਆਂ ਉਹਨੂੰ ਕਹਾਂਗੇ ਨਾਟ ਸੈਟੀਸਫਾਈ। ਧਿਆਨ ਰੱਖਣਾ ਵਰਡ। ਤਾਂ x = 1 ਆਪਾਂ ਇਹਦੇ ਵਿੱਚ ਭਰਿਆ, ਭਰ ਕੇ ਦੇਖਿਆ ਇਹ 1 ਦਾ ਸਕੁਅਰ ਆ ਜਾਏਗਾ, 5 × 1 ਆ ਜਾਏਗਾ, 4 ਇਹ ਆ ਜਾਏਗਾ, ਇਹ ਬਣ ਜਾਏਗਾ ਆਪਣੇ ਕੋਲ 10 = 0, ਇਦਾਂ ਬਣ ਜਾਏਗਾ। ਹੁਣ 10 ਇਹ 10 ਬਣਿਆ, = 0 ਲੈ ਕੇ ਆਉਣਾ ਸੀਗਾ ਆਪਾਂ ਨੇ, ਇਹ ਤਾਂ ਗਲਤ ਆ ਗਿਆ। ਜਦ 10 ਬਣਾਉਣਾ ਸੀ ਆਪਾਂ ਨੇ, 10 ਬਣ ਗਿਆ, ਬਣਾਉਣਾ ਆਪਾਂ 0 ਸੀਗਾ, ਇਸ ਕਰਕੇ ਇਹ ਇਸ ਨੂੰ ਸੈਟੀਸਫਾਈ ਨਹੀਂ ਕਰ ਰਿਹਾ, ਤਾਂ ਇਹ ਸੋਲੂਸ਼ਨ ਨਹੀਂ ਹੈਗਾ। ਤਾਂ ਸੋਲੂਸ਼ਨ ਦਾ ਮੀਨਿੰਗ ਇਹ ਹੁੰਦਾ ਹੈਗਾ ਜਿਹੜਾ ਸਟੇਟਮੈਂਟ ਨੂੰ ਸੈਟੀਸਫਾਈ ਕਰੇ। x = -1 ਸੋਲੂਸ਼ਨ ਹੈ ਇਹਦਾ, x = -1 ਸੋਲੂਸ਼ਨ ਹੈ, ਉਹ ਚੈੱਕ ਕਰਨਾ। -1 ਭਰਿਆ ਆਪਾਂ ਇਹਦੇ ਵਿੱਚ, ਉਹ ਕਿੰਨਾ ਆ ਜਾਏਗਾ, -1 ਦਾ ਸਕੁਅਰ, 5 × -1 + 4 ਕਿੰਨਾ ਆ ਜਾਏਗਾ, 1 - 5 + 4 ਇਹ 0 ਆ ਗਿਆ। ਹਾਂਜੀ, ਇਹ ਭਰ ਕੇ -1 ਭਰ ਕੇ = 0 ਆ ਜਾਏਗਾ, ਇਕੁਅਲ ਆ ਜਾਏਗਾ, ਤਾਂ ਆਪਾਂ ਕਹਾਂਗੇ ਇਹ ਸੋਲੂਸ਼ਨ। ਤਾਂ ਸੋਲੂਸ਼ਨ ਦਾ ਮੀਨਿੰਗ ਕੀ ਹੁੰਦਾ ਕਿ ਜਿਹੜਾ ਸਟੇਟਮੈਂਟ ਨੂੰ ਸੈਟੀਸਫਾਈ ਕਰਦਾ ਹੈਗਾ ਉਹਨੂੰ ਸੋਲੂਸ਼ਨ ਕਹਿੰਦੇ ਆ। ਸੈਟੀਸਫਾਈ ਕਰਨ ਦਾ ਮਤਲਬ ਕੀ ਹੁੰਦਾ ਕਿ ਵੈਲਿਊ ਭਰਨ ਤੋਂ ਬਾਅਦ ਦੋਨੇ ਸਾਈਡਾਂ ਆਪਸ 'ਚ ਇਕੁਅਲ ਆ ਜਾਣ। ਇਹ ਵੈਲਿਊ ਜਿਹਨੂੰ ਸੈਟੀਸਫਾਈ ਕਰੇਗੀ ਤਾਂ ਆਪਾਂ ਕਹਾਂਗੇ ਇਹ ਇਹਦਾ ਸੋਲੂਸ਼ਨ ਆ। ਸਿੰਪਲ ਦਾ ਕਨਸੈਪਟ ਆ। ਇਹ ਵੈਲਿਊ ਚੱਕ ਕੇ ਆਪਾਂ ਇਹ 'ਚ ਭਰਨੀ ਹੈ,
जे लैफ्ट हैंड साइड ते राइट हैंड साइड बराबर आ गई फिर आप कहांगे इहदा सोल्यूशन। ये काम करना आप ओह देखो जी, इतों शुरू किया आंसर। y हैगा अपने कोल a cos x b sin x। डेरीवेटिव मैं मान के चल रहा कि तुहानूं आउंदे ने। डेरीवेटिव किता cos दा हुंदा हैगा माइनस sin x ते sin दा आ गया cos x एंड दोबारा फिर डेरीवेटिव किता जी आपां ने, इहदा cos x आ गया, cos दा हो गया माइनस sin x। डबल डेरिवेटिव क्यों किया? बिकॉज लैफ्ट हैंड साइड च भरना अपन, तो लैफ्ट हैंड साइड लई अपन। लैफ्ट हैंड साइड की है अपने को दिस प्लस दिस, इसकी वैल्यू कढ़ ली अपन जी माइनस a cos x प्लस b sin x। y की वैल्यू पता अपन प्लस a cos x माइनस b sin x, ए कट गया जी, इक्वल टू 0 इक्वल टू राइट हैंड साइड आ गई। therefore y equal to a cos x minus b sin x is solution of d2y by dx square plus y equal to 0। बस ये काम करना अपन, वैल्यू चक के भरनिया ने स्टेटमेंट दे विच। जे सैटिस्फाई कर गया सोल्यूशन कहांगे, जे सैटिस्फाई ना किया फिर आप सोल्यूशन नहीं कहना। यही एक्सरसाइज बस यही काम करना है। यही एक्सरसाइज जी है तुसीं कंप्लीट कर लेनी है। अगे करना है काफी इंपोर्टेंट टॉपिक, जिहड़ा मैं तुहानूं कहा कि तुहानूं शायद ना पता होवे। मैं जिन्ना चिर ਜਿਹੜੇ ਬੱਚੇ ਸਾਡੇ ਕੋਲ ਨਵੇਂ ਆਉਂਦੇ ਹੈਗੇ ਨੇ ਜੀ, ਉਹਨਾਂ ਜਿਨ੍ਹਾਂ ਤੋਂ ਵੀ ਪੁੱਛਿਆ ਹੈਗਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਨਸੈਪਟ। ਇਹ ਉਹ ਕਨਸੈਪਟ ਕੀ ਹੈਗਾ ਜੀ, ਮੈਂ ਸਟੇਟਮੈਂਟ ਪੜ੍ਹ ਰਿਹਾ ਫਿਰ ਦੇਖਦੇ ਹਾਂ ਕਿ ਕੀ ਪੁੱਛਿਆ। ਸਟੇਟਮੈਂਟ ਮਤਲਬ ਸੋਲਵ ਨਹੀਂ ਕਰਨੀ ਹੈਗੀ ਆਪਾਂ, ਉਹਦੇ 'ਚ ਇੱਕ ਕਨਸੈਪਟ ਆ ਰਿਹਾ, ਤੁਸੀਂ ਦੇਖਣਾ ਕਿ ਤੁਹਾਨੂੰ ਉਹ ਕਨਸੈਪਟ ਪਤਾ ਹੈਗਾ। Form the differential equation representing the family of curves y equal to mx where m is arbitrary constant। स्टेटमेंट तुसीं देख लो, स्टेटमेंट का मीनिंग की हैगा ਉਹ नहीं, ਉਹ फिर आपां देखा जे टाइम बचिया फिर करांगे आपां, नहीं तो नेक्स्ट लेक्चर विच करांगे आपां। ਇਹਦੇ ਚ ਗੱਲ ਕੀ ਹੈਗੀ ਆ, स्टेटमेंट का मीनिंग की है ਉਹ नहीं देख रहा जी मैं। y equal to mx एक वर्ड यूज होया ਇਹਦੇ ਵਿੱਚ, m is arbitrary constant। चलो ये भी छड़ देने आप arbitrary constant की मतलब बने। जे डेरिवेटिव करिए आप एक बारी, मैं दोबारा कह रहा जी स्टेटमेंट नहीं पढ़ रहा मैं, सिर्फ आ इक्वेशन आ। स्टेटमेंट का मीनिंग की है बाद च देखांगे आप, सिर्फ कला एक स्टेटमेंट आ सामने थोड़े डेरिवेटिव करने वास्ते कह रहे हैं। डेरिवेटिव कितना dy बाय dx कितना आ जाऊगा m, x का डेरिवेटिव कितना हो गया 1। मतलब इदा करोगे तुसीं, इहदा डेरिवेटिव कितना जी m तुसीं बाहर कढ़ लिया, x का कितना हुंदा डेरिवेटिव 1, तां ये m आ गया। इदा आपां डेरिवेटिव करांगे। हुण जिहड़ी गल मैं इत्थे थोड़े तो पुछनी हैगी आ, दसनी भी हैगी आ कि किसी बच्चे नूं पता कि आर्बिट्रेरी कांस्टेंट की हुंदा। कांस्टेंट तां मान लाने आपां, आर्बिट्रेरी कांस्टेंट किहड़ा हुंदा? यही आपां गल क्लीयर करनी है कि आर्बिट्रेरी कांस्टेंट की हुंदा। तुहानूं पता चाहे नहीं पता हैगा, पर हुण दस्सण बाद ये लिख लियो ध्यान नाल गल्लां सारियां कि तुहानूं याद रहे, बाद चों पढ़ के तुहानूं याद आ जाए कि आर्बिट्रेरी कांस्टेंट की हुंदे ने। मैं दसदा मीनिंग की है। आर्बिट्रेरी हुंदा कि जिहड़ी मर्जी वैल्यू, कांस्टेंट की जिहड़ी मर्जी वैल्यू होवे उहनूं कहने आपां आर्बिट्रेरी कांस्टेंट। पर जिहड़े बच्चे
थोड़े समझदार होणगे उन्हां दिमाग 'ਚ ਇਹ ਗੱਲ आऊगी, एक हुंदा वेरीएबल, एक हुंदा हैगा कॉन्स्टेंट। ये तुहानूं लग जो पता, पहलां भी गल पढ़ी आपां ने। वेरीएबल की हुंदा हैगा जिहड़ा वेरी करे, जिवें एक्स आ, इहनूं 1 भर दो, 2 भर दो, 3 भर दो, 4 भर दो, जिहड़ी मर्जी वैल्यू भर दो, ये वेरी करदी है। ਇਹਦੇ ਵਾਸਤੇ मैं एक एग्जाम्पल ले ला पहला वेरीएबल ਨੂੰ ਸਮਝਾਉਣ ਵਾਸਤੇ। 10th क्लास ਦੇ क्वेश्चन करे होणगे कि x + y = 2 आ, ਇਹਦਾ ग्राफ ड्रॉ करना। ग्राफ ਇਹ 9th 10th क्लास 'ਚ क्वेश्चन आਉਂਦੇ ਨੇ, ग्राफ ड्रॉ करना। ग्राफ किवें ड्रॉ ਹੁੰਦਾ ਸੀ, ਪਹਿਲਾਂ ਤੁਸੀਂ ਇਹਦੇ ਵਿੱਚੋਂ y ਕੱਢ ਲਓ। ਮੰਨ ਲਓ y ਤੁਹਾਡਾ ਆ ਗਿਆ 2 - x। ਇਹਦੇ ਵਿੱਚ ਫਿਰ ਆਪਾਂ ਵੈਲਿਊਜ਼ ਭਰਦੇ ਸੀਗੇ, 3 ਵੈਲਿਊ ਭਰਦੇ ਸੀਗੇ ਜੀ, ਜਿਹੜੀਆਂ ਮਰਜ਼ੀ। ਇਹ x ਆ, ਇਹ y ਆ, ਇਹਦੀ ਵੈਲਿਊ ਭਰੀ ਆਪਾਂ ਨੇ 1 ਭਰਿਆ x ਨੂੰ, y 1 ਆ ਜਾਊਗਾ। x ਨੂੰ 2 ਭਰਿਆ, y 0 ਆ ਜਾਏਗਾ। x ਨੂੰ 3 ਭਰਿਆ, y -1 ਆ ਜਾਏਗਾ। 3 ਵੈਲਿਊਜ਼ ਆ ਗਈਆਂ, ਉਹਦਾ ਗ੍ਰਾਫ ਬਣ ਜਾਏਗਾ। ਚਲੋ ਆ ਕਰਨਾ ਆਪਾਂ, ਇਹ ਗ੍ਰਾਫ ਬਣ ਜਾਏਗਾ। ਹੁਣ ਦੇਖੋ ਧਿਆਨ ਨਾਲ, ਇੱਥੋਂ ਦੇਖਣਾ ਕਿ ਵੇਰੀਏਬਲ ਤੇ ਕੌਂਸਟੈਂਟ ਕੀ ਹੁੰਦੇ ਨੇ। कि x की वैल्यू आप वेरी नहीं कर रहे, वेरी हुंदा चेंज। वेरी ये वर्ड बनया चेंज तो, कि x की वैल्यू आप चेंज नहीं कर रहे, पहला 1 भरती, 2 भरती, 3, जिहड़ी मर्जी वैल्यू भर सकते हैं। ये कंपलशन तो नहीं कि 1 2 3 भरनी है। कई बच्चे 0 1 2 भर सकते हैं, कई बच्चे -1 0 2, जिहड़ी मर्जी वैल्यू भर सकते हैं। तो x की वैल्यू चेंज हो रही है 1 2 3। y भी चेंज हो रहा है, देखो पहला 1 आ गया, फिर 0 आ गया, फिर -1 आ गया, दोनों चेंज हो रहे हैं। तो x ते y की होणगे वेरीएबल। जिहड़ी वैल्यू चेंज करे उहनूं कहने, जिहड़ी वैल्यू वेरी करे उहनूं कहने हैगे आपां वेरीएबल। मोस्टली वेरीएबल आपां x y लैने हुंदे। हुण देखो मैं भर के दिखा रहा किदां भरीए वैल्यू। पहलां आपां ने x नूं 1 भरिया, तां y किन्ना आऊगा 2 - 1 1। फिर आपां ने x नूं 2 भरिया, y किन्ना आऊगा 2 - 2 0। फिर आप x नूं 3 भरिया, y किन्ना आऊगा जी 2 - 3 -1। इदां वैल्यूज कढ़ी। हुण गौर नाल देखो कि अगे भी चेंज कर रहे हैं आप इहनूं, कि आ 2 नूं आपां चेंज करांगे, 2 हमेशा 2 रह रहा, जिहड़ा अगे पिया। जो अगे 2 हैगा जी, ये वेरी नहीं हो रहा, ये 2 आ रहा हमेशा। पिछे वाला x वेरी हो रहा, जिहड़ा अगे पिया सी ये हमेशा 2 आ। जिहड़ी चीज, ਜਿਹੜੀ वैल्यू चेंज ना होवे ਉਹਨੂੰ कहने हैगे आपां कांस्टेंट। ਤਾਂ ਇਹਦੇ 2 की हो गया अपने कोल कांस्टेंट। 1 2 3 4 ये सारे की ने कांस्टेंट। पहले एक गल समझाउणी है कि वेरीएबल की हैगा ਜਿਹੜੀ चेंज होवे, कांस्टेंट ਕਿਹੜਾ चेंज ना होवे। ਹੁਣ ਇੱਥੇ ਕਨਫਿਊਜ਼ਨ ਕ੍ਰੀਏਟ ਹੋਊਗੀ जी, ਜਾਂ ਥੋੜੀ ਜਿਹਾ ਕਨਫਿਊਜ਼ਨ ਕ੍ਰੀਏਟ ਕਰਾਉਣੀ ਹੈਗੀ ਆ। ਆਰਬਿਟਰੀ ਕਾਂਸਟੈਂਟ ਕੀ ਕਹਿ ਰਹੇ ਆਪਾਂ कि एदी वैल्यू जो मर्जी आ सकती है। समझियो ध्यान नाल की कर आर्बिट्रेरी मतलब हुंदा कि जिहड़ी मर्जी वैल्यू आ सकती है। m की वैल्यू जो मर्जी आ सकती है। m1 भी हो सकता, m2 भी हो सकता, m3 भी हो सकता, m4 भी हो सकता। आर्बिट्रेरी कांस्टेंट वैल्यू जिहड़ी मर्जी आ सकती है। वेरीएबल की हुंदा फिर? वेरीएबल हुंदा हैगा x1 भी आ सकता, 2 भी आ सकता, 3 भी आ सकता। इत्थे x चेंज हो रहा तो इहनूं वेरीएबल कहता, वेरी कर रहा। उरे m भी तो चेंज हो रहा। जे m चेंज हो रहा तो इहनूं आपां ने वेरीएबल क्यों नहीं कहणा, इहनूं कांस्टेंट कही जांदे। समझो ध्यान नाल, इह च कन्फ्यूजन की आ। आर्बिट्रेरी कांस्टेंट का मतलब की हुंदा कि वैल्यू जिहड़ी मर्जी कांस्टेंट वैल्यू आ सकदी, 1 कांस्टेंट ही आ। m की वैल्यू 1 भी आ सकती है, m की वैल्यू 2 भी आ सकती है, m की वैल्यू 3 भी आ सकती है, m की वैल्यू 4 भी आ सकती है। मतलब m की वैल्यू जिहड़ी मर्जी आ सकती है, कांस्टेंट वैल्यू। ये ठीक है, आर्बिट्रेरी कांस्टेंट लग गया पता। वेरीएबल भी आई चीज नहीं हुंदी हैगी। वेरीएबल की कहड़ा वेरी करे, x1 भी हो सकता, 2 भी हो सकता, 3 भी हो सकता। फिर आर्बिट्रेरी कांस्टेंट ते वेरीएबल च फर्क की है?
ਇਹ ਵੀ ਤਾਂ ਵੇਰੀ ਕਰ ਰਹੇ ਇਹਨੂੰ ਆਪਾਂ ਵੇਰੀਏਬਲ ਕਿਉਂ ਨਹੀਂ ਕਹਿੰਦੇ ਹੈਗੇ, ਇਹਨੂੰ ਆਪਾਂ ਵੇਰੀਏਬਲ ਕਹਿ ਰਹੇ ਹਾਂ, ਇੱਥੇ ਆਪਾਂ ਵੇਰੀਏਬਲ ਨਹੀਂ ਕਹਿ ਰਹੇ ਹੈਗੇ। ਇਹ ਬੜੀ ਇੰਪੋਰਟੈਂਟ ਗੱਲ ਹੈਗੀ ਆ ਕਿ ਇਹ ਇੰਨਾ ਸਿੰਪਲ ਜਿਹਾ ਕੰਮ ਜਿਹਾ ਨਹੀਂ ਹੈਗਾ, ਕਿਉਂਕਿ ਕਾਂਸਟੈਂਟ ਕਿਹਾ ਨਾ ਆਪਾਂ ਇਹਨੂੰ, ਕਾਂਸਟੈਂਟ ਕਹਿਣ ਕਰਕੇ ਹੀ ਜਦੋਂ ਆਪਾਂ ਡੈਰੀਵੇਟਿਵ ਕੀਤਾ ਇਹ ਡੈਰੀਵੇਟਿਵ ਤੋਂ ਬਾਹਰ ਆ ਗਿਆ ਕਾਂਸਟੈਂਟ ਕਰਕੇ, ਇਹ 1 ਹੋ ਗਿਆ। ਤੁਹਾਨੂੰ ਸ਼ਾਇਦ ਧਿਆਨ ਦੇ ਵਿੱਚ ਹੋਵੇ ਜੀ, ਜੇ ਡੈਰੀਵੇਟਿਵ ਕਰਾਂਗੇ x into sin x, ਮੈਂ ਦੋਨੇ ਵੇਰੀਏਬਲ ਨੇ, ਇਹ ਚ ਲਾਣਾ ਹੁੰਦਾ ਆਪਾਂ ਨੇ ਪ੍ਰੋਡਕਟ ਰੂਲ, ਇਹ x cos x ਆ ਗਿਆ, ਇਹ sin x ਆ ਗਿਆ into 1, ਇਹ sin x ਆ ਗਿਆ। ਇਹ ਚ ਪ੍ਰੋਡਕਟ ਰੂਲ ਨਹੀਂ ਲਾਉਣਾ ਹੈਗਾ ਆਪਾਂ ਨੇ, ਕਿਉਂਕਿ ਇਹ ਕਾਂਸਟੈਂਟ। ਹੁਣ ਇਹੀ ਗੱਲ ਸਮਝਣੀ ਆ ਆਪਾਂ ਨੇ, ਇਹਦੇ ਵਿੱਚ ਇਹ ਗੱਲ ਕਰ ਰਹੇ ਆਪਾਂ ਕਿ ਆਰਬਿਟਰੀ ਕਾਂਸਟੈਂਟ ਤੇ ਵੇਰੀਏਬਲ ਤਾਂ ਇੱਕੋ ਗੱਲ ਦੇਖਣ ਲੱਗ ਰਹੀ ਆਪਾਂ ਨੂੰ, ਫਿਰ ਇੰਨਾ ਫਰਕ ਕਿਉਂ ਰੱਖਤਾ ਆਪਾਂ ਨੇ, ਇੰਨਾ ਫਰਕ ਕਿਉਂ ਰੱਖਿਆ? ਇਹਨੂੰ ਆਰਬਿਟਰੀ ਕਾਂਸਟੈਂਟ ਕਹਿ ਰਹੇ, ਇਹਨੂੰ ਵੇਰੀਏਬਲ ਕਹਿ ਰਹੇ, ਇੰਨਾ ਭੇਦਭਾਵ ਕਿਉਂ ਏਦਾਂ ਕਹਿ ਲਓ? ਤਾਂ ਆਰਬਿਟਰੀ ਕਾਂਸਟੈਂਟ ਕੋਈ ਹੋਰ ਚੀਜ਼ ਹੋਊਗੀ ਅਲੱਗ ਇਦਾਂ ਦੀ, ਤਾਂ ਹੀ ਇਹਨੂੰ ਆਰਬਿਟਰੀ ਕਾਂਸਟੈਂਟ ਪਾਇਆ ਵਰਡ, ਇਹ ਵੇਰੀਏਬਲ ਨਹੀਂ ਹੈਗਾ। ਜੇ ਤਾਂ ਇਹ ਵੇਰੀਏਬਲ ਹੁੰਦਾ ਫਿਰ ਤਾਂ ਪ੍ਰੋਡਕਟ ਰੂਲ ਲਾਉਣਾ ਸੀ ਆਪਾਂ, ਜਿਵੇਂ ਉਹਦੇ ਪ੍ਰੋਡਕਟ ਰੂਲ ਲਾਇਆ। ਤਾਂ ਆਰਬਿਟਰੀ ਕਾਂਸਟੈਂਟ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਤੁਸੀਂ ਸੋਚ ਲਓ, ਤੁਹਾਨੂੰ ਪਤਾ ਹੈਗਾ, ਪਰ ਇਹ ਗੱਲ ਸਮਝਣੀ ਆਪਾਂ ਨੇ ਕਿ ਆਰਬਿਟਰੀ ਕਾਂਸਟੈਂਟ ਤੇ ਵੇਰੀਏਬਲ 'ਚ ਫਰਕ ਕੀ ਹੁੰਦਾ। ਇਦਾਂ ਦੇ ਹੀ ਕਨਸੈਪਟ ਜਿਹੜੇ ਇਹ ਦੁਬਾਰਾ ਕਰਾਉਣ ਦਾ ਮੀਨਿੰਗ ਵੀ ਤਾਂ ਹੀ ਆ ਕਿ ਜਿਹੜੇ ਤੁਹਾਡੇ ਕਨਸੈਪਟ ਰਹਿ ਚੁੱਕੇ ਹੈਗੇ ਨੇ ਉਹ ਦੁਬਾਰਾ ਜਿੰਨੇ ਕੁ ਹੁੰਦੇ ਆਉਂਦੇ ਨੇ ਉਹਨੇ ਕਰਵਾਏ ਜਾਣ ਤੁਹਾਨੂੰ, ਕਿ ਤੁਹਾਡੇ ਬੇਸਿਕ ਕਨਸੈਪਟ ਜੋ ਹੈਗੇ ਨੇ ਉਹ ਤੇਜ਼ ਬਣਨ। ਇਸ ਕਰਕੇ ਇਹ ਸਾਰੇ ਜੋ ਪੁਰਾਣੀਆਂ ਗੱਲਾਂ ਹੈਗੀਆਂ ਨੇ ਇਸ ਬੁੱਕ ਦੇ ਵਿੱਚ, ਜੋ ਪੁਰਾਣੀਆਂ ਗੱਲਾਂ ਆ ਰਹੀਆਂ ਨੇ ਉਹ ਸਾਰੀਆਂ ਤਕਰੀਬਨ ਦੁਬਾਰਾ ਹੋਣਗੀਆਂ ਜੀ, ਸੋ ਦੁਬਾਰਾ ਧਿਆਨ ਨਾਲ ਦੇਖ ਲਿਓ। ਹੁਣ ਇਹ ਗੱਲ ਬਣ ਗਈ ਆਪਣੀ, ਇਹਨੂੰ ਆਰਬਿਟਰੀ ਕਾਂਸਟੈਂਟ ਕਿਉਂ ਕਿਹਾ, ਜਾਂ ਆਰਬਿਟਰੀ ਕਾਂਸਟੈਂਟ ਦੇ ਵੇਰੀਏਬਲ 'ਚ ਫਰਕ ਕੀ ਹੈ। ਹੁਣ ਇਹ ਗੱਲ ਸਮਝਾਉਣੀ ਹੈ, ਇਹ ਛੋਟੀ ਜਿਹੀ ਗੱਲ ਆ, ਉਹ ਸਮਝਣੀ ਆ ਧਿਆਨ ਨਾਲ। ਕੁਐਸਚਨ ਦੇਖੋ ਜੀ, x plus y equal to m, ਇਹਦਾ ਆਪਾਂ ਨੂੰ ਗ੍ਰਾਫ ਡਰਾ ਕਰਨ ਵਾਸਤੇ ਕਿਹਾ, ਸਮਝਿਓ ਧਿਆਨ ਨਾਲ। x y ਕੀ ਕਹੇ ਨੇ ਉਹਨੇ ਕਿਹਾ ਕਿ x ਤੇ y ਕੀ ਨੇ, ਵੇਰੀਏਬਲਸ ਨੇ, ਤੇ m ਬਾਰੇ ਕੀ ਕਿਹਾ ਉਹਨੇ, m ਜਿਹੜਾ ਹੈਗਾ ਉਹ ਆਰਬਿਟਰੀ ਕਾਂਸਟੈਂਟ। ਹੁਣ ਇਹ ਗੱਲ ਸਮਝੀਓ, ਫਿਰ ਸਮਝ ਆ ਜਾਊਗਾ ਕਿ ਵੇਰੀਏਬਲ ਤੇ ਆਰਬਿਟਰੀ ਕਾਂਸਟੈਂਟ ਫਰਕ ਕੀ ਹੁੰਦਾ। ਇਹਦਾ ਗ੍ਰਾਫ ਡਰਾ ਕਰਨਾ। ਹੁਣ m ਆਰਬਿਟਰੀ ਕਾਂਸਟੈਂਟ ਆ, ਇਹ ਵੈਲਿਊ ਜੋ ਮਰਜ਼ੀ ਮੰਨ ਸਕਦੇ ਹਾਂ ਆਪਾਂ, ਤਾਂ ਲੈਟ ਕਰ ਲਿਆ ਆਪਾਂ m ਨੂੰ 1 ਮੰਨ ਲਿਆ, ਸਮਝਿਓ ਧਿਆਨ ਨਾਲ। ਆਰਬਿਟਰੀ ਕਾਂਸਟੈਂਟ ਜਿਹੜੀ ਮਰਜ਼ੀ ਵੈਲਿਊ ਲੈ ਸਕਦੇ ਹਾਂ, ਕਾਂਸਟੈਂਟ m ਨੂੰ 1 ਮੰਨ ਲਿਆ। ਜੋ m ਨੂੰ 1 ਮੰਨਿਆ ਤਾਂ x plus y equal to 1 ਕੁਐਸਚਨ ਬਣ ਗਿਆ। ਹੁਣ ਇਹ ਮੰਨ ਕੇ ਇਹ ਕੁਐਸਚਨ ਦੀ ਆਪਾਂ ਨੇ ਗ੍ਰਾਫ ਬਣਾਉਣਾ, ਐਂ ਕਹ ਲਓ। ਗ੍ਰਾਫ ਕਿੱਦਾਂ ਬਣਾਵਾਂਗੇ, ਉਵੇਂ x y ਕੱਢਾਂਗੇ, ਇਹ x ਆ ਇਹ y ਆ। x ਪਹਿਲਾਂ ਆਪਾਂ ਇਹ ਚੋਂ y ਕੱਢ ਲਓ, ਕਿੰਨਾ ਆ ਜਾਏਗਾ ਜੀ 1 minus x, ਪਹਿਲਾਂ x 0 ਭਰਿਆ, y 1, ਫਿਰ x 1 ਭਰਿਆ ਜੀ 0, x 2 ਭਰਿਆ -1, ਇਹਦਾ ਕੱਢ ਹੀ ਲਓਗੇ ਵੈਲਿਊ, ਸਿੱਧਾ ਕੱਢਤੀ। ਇਹ ਤਿੰਨੇ ਵੈਲਿਊ ਡਰਾ ਕਰਕੇ ਮੈਂ ਬਣਾ ਨਹੀਂ ਰਿਹਾ ਜੀ, ਸਮਝਾ ਰਿਹਾ ਇਕੱਲਾ। ਤਿੰਨੇ ਵੈਲਿਊ ਡਰਾ ਕਰਕੇ ਜਿਵੇਂ 0 1 x 0 y 1 1 0 x 2 ਸੌਰੀ 1 0 x 2 -1, ਇੱਦਾਂ ਇਹ ਗ੍ਰਾਫ ਬਣ ਜਾਏਗਾ। ਸੋ ਗ੍ਰਾਫ ਨਹੀਂ ਇੰਪੋਰਟੈਂਟ ਹੈਗਾ, ਜਿਹੜਾ ਕੰਸੈਪਟ ਉਹ ਜ਼ਿਆਦਾ ਇੰਪੋਰਟੈਂਟ ਆ। ਹੁਣ ਅੱਗੇ ਲੈਟ ਕੀਤਾ, ਮੰਨ ਲਓ ਆਪਾਂ ਹੁਣ ਵੈਲਿਊ ਜਿਹੜੀ ਮਰਜ਼ੀ ਮੰਨ ਸਕਦੇ ਆਪਾਂ m ਦੀ, m1 ਵੀ ਲੈ ਸਕਦੇ। ਹੁਣ ਮੈਂ m2 ਮੰਨ ਲਿਆ। ਹੁਣ m ਨੂੰ 2 ਮੰਨਿਆ ਤਾਂ x plus y ਕਿੰਨਾ ਆ ਗਿਆ, 2 ਬਣ ਗਿਆ ਕੁਐਸਚਨ। ਤਾਂ ਇੱਥੋਂ y ਕਿੰਨਾ ਆ ਗਿਆ ਆਪਣੇ ਕੋਲ 2 minus x। ਹੁਣ ਇਹਦਾ ਗ੍ਰਾਫ ਡਰਾ ਕੀਤਾ ਜੀ, ਉਵੇਂ ਵੈਲਿਊ ਡਰਾ ਕੀਤੀਆਂ ਆਪਾਂ ਨੇ। x ਹੋ ਗਿਆ, y ਹੋ ਗਿਆ, ਇੱਥੇ x ਨੂੰ ਆਪਾਂ 0 ਭਰਿਆ, 2 ਆ ਗਿਆ, 1 ਭਰਿਆ, 1 ਆ ਗਿਆ, 2 ਭਰਿਆ, 0 ਆ ਗਿਆ। ਇਹਦਾ ਗ੍ਰਾਫ ਮੰਨ ਲਓ ਬਣ ਜਾਏਗਾ। ਇਹਦਾ ਗ੍ਰਾਫ ਮੰਨ ਲਓ ਇਦਾਂ ਕਿਤੇ ਬਣ ਗਿਆ। ਮੈਂ ਦੁਬਾਰਾ ਕਰਾਂ, ਗ੍ਰਾਫ ਨਹੀਂ ਮੇਰੇ ਵਾਸਤੇ ਇੰਪੋਰਟੈਂਟ ਹੈਗਾ ਜੀ, ਮੈਂ ਸਿਰਫ ਕੰਸੈਪਟ ਸਮਝਾਉਣਾ, ਇਸ ਲਈ ਮੈਂ ਗ੍ਰਾਫ ਪ੍ਰੋਪਰ ਡਰਾ ਨਹੀਂ ਕਰ ਰਿਹਾ। ਤੀਜਾ ਲੈ ਲਈ ਵੈਲਿਊ ਆਪਾਂ ਨੇ m equal to ਮੰਨ ਲਓ 3 ਲੈ ਲਿਆ।
वैल्यू जिहड़ी मर्जी मान सकते हैं m दी, वो 3 मान ली। इत्थों फिर x प्लस वाई 3 आ गया, तो y कितना हो गया अपने को 3 माइनस एक्स, वाई 3 माइनस एक्स आ गया। जो y 3 माइनस एक्स आया तो इहदे विचों फिर आपां ही वैल्यूज कढ लईआं जी। एक्स वाई पहला 1 भरिया 0 भरिया, फिर 3 आ गया, 1 भरिया 2 आ गया, 2 भरिया 1 आ गया। इहदा भी मान लो आपां ने ग्राफ ड्रा हो गया। हुण ध्यान नाल देखो, m भी चेंज हो रहा, m1 आ रहा, m जो मर्जी मान सकते हैं, m भी चेंज हो रहा ते एक्स वाई भी वेरीएबल हैगे ने। सो ये गल तो क्लीयर आ कि m जिहड़ा आर्बिट्रेरी आ, आर्बिट्रेरी क्यों हैगा कि वैल्यू जिहड़ी मर्जी मान सकते हैं। हुण गल समझनी आपां ने वेरीएबल ते आर्बिट्रेरी कांस्टेंट च की फर्क है। देखो जी, आर्बिट्रेरी कांस्टेंट दी वैल्यू जिहड़ी मर्जी आपां सपोज कर सकते हैं। मान लो m नूं 1 सपोज कर रहे, सपोज जिहड़ा मर्जी कर सकते हैं, m नूं 1 सपोज कर लिया। जदों आपां आर्बिट्रेरी कांस्टेंट नूं एक बारी सपोज कर लिया तां दोबारा उहनूं चेंज नहीं करना। देखो m नूं आपां 1 सपोज किया, 1 मन के ही सारा क्वेश्चन सॉल्व किया, 1 मन के ही 1 चेंज नहीं किया, 1 मन के ही सारा क्वेश्चन सॉल्व किया। जदों आपां आर्बिट्रेरी कांस्टेंट दी एक वैल्यू सपोज कर ली, उहनूं चेंज नहीं करना दोबारा आपां। जो चेंज नहीं किया, मैं दोबारा भर के दिखा रहा जी। एक्स नूं 1 भरिया तो वाई कितना होगा 1 माइनस 1 0, एक्स नूं 0 भर लेने पहले, फिर एक्स नूं 1 भरिया सी आपां इहदे विच 1 माइनस 1 0, फिर एक्स नूं भरिया आपां ने 2, 1 माइनस 2 कितना आ गया माइनस। की यह मूरला 1 अगे वाला 1 आपां चेंज कर रहे हैं? गौर नाल देखो, ये नहीं चेंज कर रहे, पिछले चेंज हो रहे हैं। तो आर्बिट्रेरी कांस्टेंट की हुंदा हैगा कि वैल्यू तो जिहड़ी मर्जी सपोज कर सकते हैं। मान लो 1 सपोज कर ली एक बारी आपां, जिहड़ी मर्जी सपोज कर लो, तो 1 मन के ही पूरा क्वेश्चन सॉल्व करना। होर अगे चलते हैं आपां, जे 2 मान ली आपां ने तो 2 मन के ही सारा क्वेश्चन सॉल्व किया। उरे 2 रख के ही सारा ग्राफ बनाया, ये चेंज नहीं किया आपां ने, सारा ग्राफ उद्दी बनाया 2 रख के। जे 3 मान ली वैल्यू आपां ने तो सारा क्वेश्चन 3 मान के सॉल्व किया। तो आर्बिट्रेरी कांस्टेंट की हुंदा हैगा कि जिहड़ी मर्जी वैल्यू आपां सपोज कर सकते हैं, जिहड़ी मर्जी मतलब की हो गया आर्बिट्रेरी। वर्ड ध्यान रखना, वर्ड कित्थों बनया आर्बिट्रेरी, जिहड़ी मर्जी वैल्यू सपोज कर सकते हैं। एक बारी वैल्यू सपोज कर ली तो उहनूं की रखना आपां ने कांस्टेंट, वो चेंज नहीं करनी। एक क्वेश्चन वास्ते इक्को वैल्यू होगी। एक क्वेश्चन बन गया, ये वास्ते 1 मन्निया तो 1 ही लेना, जे 2 मन्निया तो 2 ही लेना, जे 3 मन्निया तो 3 लेना। गल सुनियो ध्यान नाल कि आर्बिट्रेरी कांस्टेंट की हुंदा, आर्बिट्रेरी जिहड़ी मर्जी वैल्यू मान सकते, जिहड़ी मर्जी वैल्यू मान ली, एक बारी वैल्यू मान ली, उहनूं कांस्टेंट रखना, वो चेंज नहीं करनी। एक बारी आपां 2 मान लिया तो सारा क्वेश्चन 2 मान के सॉल्व करना। हुण आर्बिट्रेरी कांस्टेंट अते वेरीएबल च की फर्क हुंदा? आर्बिट्रेरी कांस्टेंट हुंदा कि एक क्वेश्चन वास्ते, क्वेश्चन एक जी, ये पहला क्वेश्चन, ये दूजा क्वेश्चन, ये तीजा क्वेश्चन, मतलब ये भी एक क्वेश्चन, ये भी एक क्वेश्चन सॉल्व किया, ये भी एक क्वेश्चन सॉल्व किया, क्वेश्चन सॉल्व किया एक। वेरीएबल की हुंदा ते आर्बिट्रेरी कांस्टेंट फर्क की हुंदा कि एक क्वेश्चन वास्ते, ये क्वेश्चन एक ही है जी, वेरीएबल की वैल्यू जिहड़ी मर्जी आ सकती है। क्वेश्चन एक ही है, एक्स नूं जो मर्जी भरो, 0 1 2 3 4 जो मर्जी भरो, पर आर्बिट्रेरी कांस्टेंट की वैल्यू एक आऊगी। एक क्वेश्चन वास्ते वेरीएबल जो मर्जी आ सकता, पर आर्बिट्रेरी कांस्टेंट की वैल्यू इक्को रहेगी, 1 तो 1 ही रहेगी। इधर देखो, एक क्वेश्चन बन गया, हुण ये क्वेश्चन बन गया, ग्राफ ड्रॉ करना। एक क्वेश्चन वास्ते वेरीएबल जो मर्जी पा सकते हैं, एक्स नूं 0 1 2 जो मर्जी वैल्यू पा सकते हैं, पर आर्बिट्रेरी कांस्टेंट की वैल्यू इक्को आएगी। जे 2 मन्नी है तो 2 ही रहेगी सारे किते। इदां जे 3 मन्नी आपां ने तो वैल्यू 3 ही रहेगी। तो ओवरऑल सारा की रिजल्ट कढ़िया कि आर्बिट्रेरी कांस्टेंट की हुंदा हैगा कि वैल्यू जिहड़ी मर्जी मान सकते हैं, पर जे एक बार वैल्यू जिहड़ी मर्जी मान सकते हैं, पर जे एक बारी वैल्यू मान ली आपां ने
ਤਾਂ ਉਹ ਕਨਸਟੈਂਟ ਰੱਖਣੀ ਹੈ, मतलब ਉਹ ਵੈਲਿਊ ਮੰਨ ਕੇ ਹੀ ਕੁਐਸਚਨ ਪੂਰਾ ਸੋਲਵ ਕਰਨਾ। ਇੱਕ ਵਾਰੀ 2 ਮੰਨ ਲਿਆ ਆਪਾਂ ਨੇ ਤਾਂ 2 ਮੰਨ ਕੇ ਹੀ ਸਾਰਾ ਕੁਐਸਚਨ ਸੋਲਵ ਕਰਨਾ। ਇੱਕ ਵਾਰੀ 3 ਮੰਨ ਲਿਆ 3 ਮੰਨ ਕੇ ਹੀ ਸਾਰਾ ਕੁਐਸਚਨ ਸੋਲਵ ਕਰਨਾ। ਵੇਰੀਏਬਲ ਕੀ ਹੁੰਦਾ? ਵੇਰੀਏਬਲ ਹੁੰਦਾ ਕਿ ਇੱਕ ਕੁਐਸਚਨ ਵਾਸਤੇ ਵੈਲਿਊ ਜਿਹੜੀ ਮਰਜ਼ੀ ਮੰਨ ਸਕਦੇ। ਇੱਕ ਕੁਐਸਚਨ ਵਾਸਤੇ ਇਹ ਕੁਐਸਚਨ ਇੱਕੋ ਹੀ ਆ, ਇੱਕ ਕੁਐਸਚਨ ਵਾਸਤੇ ਵੈਲਿਊ ਜਿਹੜੀ ਮਰਜ਼ੀ ਭਰ ਸਕਦੇ ਆ, ਉਹ ਵੇਰੀਏਬਲ ਹੋਊਗਾ। ਆਰਬਿਟਰੀ ਕਾਂਸਟੈਂਟ ਕੀ ਹੋਊਗਾ? ਇੱਕ ਕੁਐਸਚਨ ਵਾਸਤੇ ਇੱਕੋ ਵੈਲਿਊ ਹੋਊਗੀ, मतलब ਜੇ 1 ਲਈ ਆ ਤਾਂ 1 ਲੈ ਕੇ ਹੀ ਚੱਲਣਾ। ਤਾਂ ਲਾਸਟ ਦੇ ਵਿੱਚ ਮੋਟਾ ਰਿਜ਼ਲਟ ਕੀ ਫਰਕ ਕੀ ਆ? ਜੇ ਪੁੱਛਿਆ ਜਾਵੇ ਕਿ ਆਰਬਿਟਰੀ ਕਾਂਸਟੈਂਟ ਵੇਰੀਏਬਲ 'ਚ ਫਰਕ ਕੀ ਆ, ਇੱਕ ਕੁਐਸਚਨ ਵਾਸਤੇ ਆਰਬਿਟਰੀ ਕਾਂਸਟੈਂਟ ਦੀ ਵੈਲਿਊ ਇੱਕੋ ਹੋਊਗੀ, ਜਿਹੜੀ ਮਰਜ਼ੀ ਹੋ ਸਕਦੀ ਹੈ, ਹੋਊਗੀ ਇੱਕੋ ਵੈਲਿਊ ਤੇ ਜਿਹੜੀ ਮਰਜ਼ੀ ਹੋ ਸਕਦੀ ਹੈ। ਤੇ ਵੇਰੀਏਬਲ ਕੀ ਹੁੰਦਾ? ਇੱਕ ਕੁਐਸਚਨ ਵਾਸਤੇ ਜਿਹੜੀ ਮਰਜ਼ੀ ਵੈਲਿਊ ਆ ਸਕਦੀ, ਚੇਂਜ ਕਰ ਸਕਦੀ। ਇੱਕ ਕੁਐਸਚਨ ਇੱਕੋ ਹੀ ਆ, ਵੈਲਿਊ ਜਿਹੜੀ ਮਰਜ਼ੀ ਭਰ ਸਕਦੇ ਆ, ਇਸ ਕਰਕੇ ਇਹਨੂੰ ਵੇਰੀਏਬਲ ਕਿਹਾ। ਆਰਬਿਟਰੀ ਕਾਂਸਟੈਂਟ ਕੀ ਹੁੰਦਾ ਕਿ ਇੱਕ ਕੁਐਸਚਨ ਵਾਸਤੇ ਵੈਲਿਊ ਜਿਹੜੀ ਮਰਜ਼ੀ ਮੰਨ ਸਕਦੇ ਆ, ਆਰਬਿਟਰੀ ਜਿਹੜੀ ਮਰਜ਼ੀ ਵੈਲਿਊ ਮੰਨ ਸਕਦੇ ਆ, ਪਰ ਰਹੂਗੀ ਉਹ ਬਾਅਦ ਚੋਂ ਕਾਂਸਟੈਂਟ ਹੀ। ਤਾਂ ਇਹ ਧਿਆਨ ਰੱਖਣਾ ਕਿ ਆਰਬਿਟਰੀ ਕਾਂਸਟੈਂਟ ਤੇ ਵੇਰੀਏਬਲ 'ਚ ਫਰਕ ਬਹੁਤ ਆ, ਤਾਂ ਹੀ ਇਹ ਟਰਮ ਅਲੱਗ ਆਈਆਂ ਨੇ। ਆਰਬਿਟਰੀ ਕਾਂਸਟੈਂਟ ਕੀ ਹੁੰਦਾ ਕਿ ਇੱਕ ਕੁਐਸਚਨ ਵਾਸਤੇ, ਮੈਂ ਦੁਬਾਰਾ ਤਾਂ ਰਿਪੀਟ ਕਰ ਰਿਹਾ ਕਿ ਤੁਸੀਂ ਲਿਖ ਵੀ ਲਓ, ਤੁਹਾਨੂੰ ਯਾਦ ਵੀ ਰਹੇ ਜੀ, ਕਿ ਇੱਕ ਕੁਐਸਚਨ ਵਾਸਤੇ ਵੈਲਿਊ ਜਿਹੜੀ ਮਰਜ਼ੀ ਹੋਊਗੀ ਪਰ ਹੋਊਗੀ ਇੱਕੋ, ਕਾਂਸਟੈਂਟ ਹੋਊਗੀ। ਵੇਰੀਏਬਲ ਕੀ ਹੁੰਦਾ ਕਿ ਇੱਕ ਕੁਐਸਚਨ ਵਾਸਤੇ ਜਿੰਨੀ ਮਰਜ਼ੀ ਵੈਲਿਊ ਭਰ ਲਓ। ਇਹ ਵੇਰੀਏਬਲ ਤੇ ਆਰਬਿਟਰੀ ਕਾਂਸਟੈਂਟ ਦੇ ਫਰਕ ਆ। मतलब ਜਿਵੇਂ ਆ ਸੀ, ਜੇ m ਨੂੰ ਆਪਾਂ 2 ਮੰਨਾਂਗੇ ਤਾਂ ਅਲੱਗ ਇੱਕ ਕੁਐਸਚਨ ਬਣ ਗਿਆ, ਤਾਂ 2 ਮੰਨ ਕੇ ਹੀ ਸਾਰਾ ਗ੍ਰਾਫ ਬਣੇਗਾ ਇਹਦਾ। ਹੁਣ ਇਹ ਚੇਂਜ ਨਹੀਂ ਕਰਨੀ, ਇਹਨੂੰ ਜੋ ਮਰਜ਼ੀ ਮੰਨ ਸਕਦੇ। ਜੇ m ਨੂੰ ਆਪਾਂ 6 ਮੰਨ ਲਓ, ਵੈਲਿਊ ਜਿਹੜੀ ਮਰਜ਼ੀ ਮੰਨ ਲਓ, ਆਰਬਿਟਰੀ ਹੈ, ਜਿਹੜੀ ਮਰਜ਼ੀ ਮੰਨ ਲਓ। ਜੇ ਮੰਨ ਲਈ ਤਾਂ ਇਹਨੂੰ ਆਪਾਂ ਨੇ ਕਾਂਸਟੈਂਟ ਰੱਖ ਕੇ ਫੇਰ ਸੋਲਵ ਕਰਨਾ। ਤਾਂ ਇੱਕ ਕੁਐਸਚਨ ਵਾਸਤੇ ਇੱਕੋ ਵੈਲਿਊ ਹੋਊਗੀ, ਵੇਰੀਏਬਲ ਦੀ ਇੱਕ ਕੁਐਸਚਨ ਵਾਸਤੇ ਬਹੁਤ ਸਾਰੀਆਂ ਵੈਲਿਊ, ਸਾਰੀਆਂ ਵੇਰੀਏਬਲ ਕਹਿੰਦੇ ਆ। ਦੁਬਾਰਾ ਆਰਬਿਟਰੀ ਕਾਂਸਟੈਂਟ, ਆਰਬਿਟਰੀ ਵਰਡ ਤਾਂ ਪਾਇਆ ਆਪਾਂ ਨੇ ਕਿ ਵੈਲਿਊ ਜਿਹੜੀ ਮਰਜ਼ੀ ਆ ਸਕਦੀ ਆ। ਇੱਕ ਵਾਰੀ ਜਿਹੜੀ ਮਰਜ਼ੀ ਵੈਲਿਊ ਮੰਨ ਲਈ ਤਾਂ ਕਾਂਸਟੈਂਟ ਰੱਖਣੀ ਆ, ਉਹਨੂੰ ਕਹਿੰਦੇ ਆਪਾਂ ਆਰਬਿਟਰੀ ਕਾਂਸਟੈਂਟ। ਸੋ ਇਹੀ ਟੌਪਿਕ ਸਮਝਾਉਣਾ ਸੀਗਾ, ਟੌਪਿਕ ਧਿਆਨ ਨਾਲ ਦੇਖ ਲਿਓ ਜੀ। ਆਰਬਿਟਰੀ ਕਾਂਸਟੈਂਟ ਵੇਰੀਏਬਲ 'ਚ ਫਰਕ ਕੀ ਹੁੰਦਾ ਹੈਗਾ, ਤੇ ਬਾਕੀ ਆਪਾਂ ਨੈਕਸਟ ਟੌਪਿਕ ਜਿਹੜਾ ਹੈਗਾ ਉਹ ਨੈਕਸਟ ਲੈਕਚਰ ਵਿੱਚ ਕਰਾਂਗੇ। ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ WhatsApp ਗਰੁੱਪ ਤੇ ਸ਼ੇਅਰ ਕਰ ਲਓ, ਜਾਂ ਨੀਚੇ ਵੀਡੀਓ ਨੀਚੇ ਕਮੈਂਟ ਕਰਕੇ ਤੁਸੀਂ ਪ੍ਰੋਬਲਮ ਪੁੱਛ ਸਕਦੇ ਹੈਗੇ। ਥੈਂਕ ਯੂ।